ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ KPS ਦੇ ਫ੍ਰੀ ਪ੍ਰੈਪਰੇਸ਼ਨ ਪ੍ਰੋਗਰਾਮ ਦੇ ਅੰਦਰ। ਅੱਜ ਦਾ ਜਿਹੜਾ ਲੈਕਚਰ ਹੈ ਇਸ ਚੀਜ਼ ਨੂੰ ਇਨਫੋਰਮ ਕਰਨ ਬਾਰੇ ਹੈ ਕਿ ਆਪਾਂ ਪੂਰਾ ਦਾ ਪੂਰਾ ਜਿਹੜਾ 217 ਦਿਨ ਦਾ ਪ੍ਰੋਗਰਾਮ ਹੈ ਕਿੱਦਾਂ ਕਰਨ ਵਾਲੇ ਹਾਂ, ਕਿੱਦਾਂ ਤੁਹਾਡੇ ਸਾਰੇ ਸਬਜੈਕਟ ਕਵਰ ਹੋਣ ਵਾਲੇ ਹੈ ਤਾਂ ਕਿ ਤੁਸੀਂ ਉਸੇ ਅਕੋਰਡਿੰਗ ਆਪਣਾ ਸਾਰਾ ਸਟੱਡੀ ਦਾ ਵੀ ਪਲਾਨ ਬਣਾ ਸਕੋ ਕਿ ਇਦਾਂ ਨਾ ਹੋਣ ਵਾਲਾ, ਇਦਾਂ ਨਾ ਹੋਣ ਵਾਲਾ। ਠੀਕ ਹੈ, ਤੇ ਇਹਦੇ ਇਲਾਵਾ ਕਿੱਦਾਂ ਤੁਹਾਡੀਆਂ ਛੁੱਟੀਆਂ ਪੈਣਗੀਆਂ ਤਾਂ ਕਿ ਤੁਸੀਂ ਇਸ ਚੀਜ਼ਾਂ ਨੂੰ ਵੀ ਪਲਾਨ ਵਿੱਚ ਲੈ ਕੇ ਚੱਲ ਸਕੋ ਕਿ ਤੁਹਾਡਾ ਆਉਣ ਵਾਲਾ ਕਦ ਛੁੱਟੀਆਂ ਹੋਣਗੇ, ਜਿਵੇਂ ਤੁਹਾਨੂੰ ਕਿਸੇ ਕੰਮ ਨਾਲ ਜਾਣਾ ਹੈ ਜਾਂ ਕਿਤੇ ਹੋਰ ਜਾਣਾ ਤਾਂ ਤੁਸੀਂ ਉਸੇ ਅਕੋਰਡਿੰਗ ਹੀ ਜਾ ਸਕੋ ਤੇ ਆਪਣਾ ਸਾਰਾ ਸ਼ਡਿਊਲ ਨਾ ਖਰਾਬ ਕਰਦੇ ਹੋਏ ਰੋਜ਼ ਦੇ ਰੋਜ਼ ਕੰਸਿਸਟੈਂਸੀ ਦਿਖਾ ਸਕੋਗੇ। ਹਾਂ, ਮੈਂ ਰੋਜ਼ ਇੱਕ ਆਹ 2 ਲੈਕਚਰ ਲਗਾਣੇ ਹੈ, ਕਰੰਟ ਅਫੇਅਰ ਉਦੋਂ ਬਾਅਦ ਲਗਾਣੇ ਐਡੀਟੋਰੀਅਲ ਲਗਾਣੇ ਇਸ ਅਕੋਰਡਿੰਗ ਤੁਸੀਂ ਸਾਰਾ ਆਪਣਾ ਪਲਾਨ ਬਣਾ ਸਕੋ, ਜਿਹਦੇ ਅੰਦਰ ਆਪਾਂ ਪ੍ਰੀਲਿਮਸ ਤੇ ਮੇਨਸ ਦੀ ਸਾਰੀ ਤਿਆਰੀ ਪੰਜਾਬੀ ਭਾਸ਼ਾ ਦੇ ਅੰਦਰ ਆਪਾਂ ਸਾਰੀ ਦੀ ਸਾਰੀ ਤਿਆਰੀ ਕਰ ਲੈਣੀ ਹੈ। ਠੀਕ ਹੈ, ਤਾਂ ਹੁਣ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਥੋੜੀ ਜੀ। ਤਾਂ ਇਹ ਜਿਹੜਾ ਇੱਥੇ ਆ ਜਿਹੜਾ ਸ਼ਡਿਊਲ ਦਿੱਤਾ ਇਹ ਲਾਈਵ ਕਲਾਸਾਂ ਦੇ ਬਾਰੇ ਸ਼ਡਿਊਲ ਦਿੱਤਾ ਹੋਇਆ ਤੇ ਸੇਮ ਸ਼ਡਿਊਲ ਹੀ ਆਪਾਂ ਫ੍ਰੀ ਵਿੱਚ ਫੋਲੋ ਕਰ ਰਹੇ ਹਾਂ, ਬਸ ਲਾਈਵ ਵਿੱਚ ਕਲਾਸਾਂ ਲਾਈਵ ਚੱਲਣਗੀਆਂ ਤੇ ਜਿਹੜਾ ਫ੍ਰੀ ਪ੍ਰੋਗਰਾਮ ਹੈ ਇਹ 'ਚ ਪ੍ਰੀ ਰਿਕਾਰਡਡ ਹੈ ਕਲਾਸਾਂ, ਪਰ ਪ੍ਰੀ ਰਿਕਾਰਡਡ ਇਸ ਹਿਸਾਬ ਨਾਲ ਕਦੀ ਨਹੀਂ ਹੈ ਕਿ ਅਸੀਂ ਪਹਿਲਾਂ ਹੀ ਕਦੀ ਬਣਾ ਕੇ ਰੱਖ ਲਈਆਂ। ਸਾਰੀਆਂ ਕਲਾਸਾਂ ਹਫਤਾ ਪਹਿਲਾਂ ਰਿਕਾਰਡ ਹੋ ਰਹੀਆਂ ਤੇ ਜਿਵੇਂ ਜਿਵੇਂ ਸਾਲ ਚੱਲੂਗਾ, ਜੇ ਬਾਈ ਚਾਂਸ ਸਾਨੂੰ ਕਦੇ ਮਹਿਸੂਸ ਹੁੰਦਾ ਕੋਈ ਵੀ ਇਨਫੋਰਮੇਸ਼ਨ ਚੇਂਜ ਹੁੰਦੀ ਹੈ, ਇਸ ਤਾਂ ਕਰੰਟ ਅਫੇਅਰ ਵਿੱਚ ਵੀ ਉਹਨੂੰ ਕਵਰ ਕਰਾਂਗੇ ਤੇ ਜੇ ਕੋਈ ਲੈਕਚਰ ਅਪਡੇਟ ਕਰਨ ਵਾਲਾ ਅਸੀਂ ਪੁਰਾਣੇ ਲੈਕਚਰ ਅਪਡੇਟ ਕਰਕੇ ਤੁਹਾਨੂੰ ਉਹਨਾਂ ਬਾਰੇ ਵੀ ਦੱਸ ਦਾਂਗੇ ਕਿ ਆਹ ਲੈਕਚਰ ਪੂਰਾ ਅਪਡੇਟ ਹੋ ਗਿਆ। ਲੈਟਸ ਸਪੋਜ਼ ਸਰਕਾਰ ਨੇ ਕੋਈ ਪੂਰਾ ਟੌਪਿਕ ਬਦਲਤਾ, ਠੀਕ ਹੈ, ਕੋਈ ਕਨਸਟੀਟਿਊਸ਼ਨ 'ਚ ਆਪਾਂ ਚੀਜ਼ ਪੜ੍ਹੀ ਸੀ, ਸਰਕਾਰ ਨੇ ਪੂਰਾ ਟੌਪਿਕ ਬਦਲਤਾ, ਅਸੀਂ ਵੀ ਉਹਦਾ ਲੈਕਚਰ ਸਾਰਾ ਦਾ ਸਾਰਾ ਬਦਲ ਦਾਂਗੇ ਤੇ ਤੁਹਾਨੂੰ ਇਨਫੋਰਮ ਕਰ ਦਾਂਗੇ ਤਾਂ ਕਿ ਤੁਸੀਂ ਕਦੀ ਵੀ ਇਸ ਲੈਕਚਰ ਨੂੰ ਦੇਖ ਰਹੇ ਹੋ, ਕਿਸੇ ਵੀ ਟਾਈਮ ਇਸ ਲੈਕਚਰ ਨੂੰ ਦੇਖ ਰਹੇ ਹੋ, ਤੁਹਾਨੂੰ ਸਾਰਾ ਮੋਡਿਊਲ ਹਮੇਸ਼ਾ ਨਵਾਂ ਤਾਜ਼ਾ ਫਰੈਸ਼ ਮਿਲੇ। ਤਾਂ ਜਿੰਨਾ ਵੀ ਤੁਸੀਂ ਇੱਥੇ ਸਮਾਨ ਪੜ੍ਹ ਰਹੇ ਹੋ ਲੇਟੈਸਟ ਇਨਫੋਰਮੇਸ਼ਨ ਹੈ ਤੇ ਲੇਟੈਸਟ ਚੀਜ਼ਾਂ ਦੇ ਆਪਾਂ ਅਕੋਰਡਿੰਗ ਹੀ ਪੜ੍ਹ ਰਹੇ ਹਾਂ। ਠੀਕ ਹੈ, ਹੁਣ ਦੇਖੋ ਆਪਾਂ ਪੂਰੀ ਜੋ ਤਿਆਰੀ ਕਰਨੀ ਹੈ, ਆਪਣੇ ਸਾਰਾ ਸ਼ਡਿਊਲ ਆਪਣੇ ਦਿਨਾਂ ਵਿੱਚ ਵੰਡਿਆ ਹੋਇਆ ਜੋ 217 ਤੱਕ ਜਾਣਗੇ। ਠੀਕ ਹੈ, ਇੱਕ ਦਿਨ 'ਚ ਆਪਾਂ 2 ਕਿਤਾਬਾਂ ਇਕੱਠੇ ਕਵਰ ਕਰ ਰਹੇ ਹਾਂ। ਜਿਵੇਂ ਆਪਾਂ ਜੋ ਸਟਾਰਟ ਕਰਾਂਗੇ ਆਪਣਾ ਡੇ 1, ਇੱਕ ਤਾਂ ਆਪਾਂ ਸਬਜੈਕਟ ਦੇ ਸ਼ਡਿਊਲ ਦੀ ਡਿਸਕਸ਼ਨ ਕਰ ਰਹੇ ਹਾਂ, ਦੂਜਾ ਆਪਾਂ ਇੱਥੇ ਹੀ ਕਨਸੈਪਟ ਲੈਕਚਰ ਕਿ ਆਪਾਂ NCERT ਕਿਤਾਬਾਂ ਕਿੱਦਾਂ ਪੜ੍ਹਨੀਆਂ, ਕੀ ਕਵਰ ਕਰਨਾ ਹੈ, ਉਸ ਬਾਰੇ ਇੱਕ ਲੈਕਚਰ ਹੈ। ਉਸ ਤੋਂ ਬਾਅਦ ਤੁਹਾਡੇ ਪੋਲਿਟੀ ਤੇ ਜੀਓਗ੍ਰਾਫੀ ਆਪਾਂ 2 NCERTs ਇਹ ਇਕੱਠੇ ਚਲਾ ਰਹੇ ਹਾਂ। ਇਹਨਾਂ ਦੇ ਰੋਜ਼ ਲੈਕਚਰ ਇਕੱਠੇ, ਇੱਕ ਪੋਲਿਟੀ ਦਾ, ਇੱਕ ਜੀਓਗ੍ਰਾਫੀ ਦਾ, ਇੱਕ ਪੋਲਿਟੀ ਦਾ, ਇੱਕ ਜੀਓਗ੍ਰਾਫੀ ਦਾ, ਸਾਰੇ ਦੇ ਸਾਰੇ ਅਪਲੋਡ ਹੋਣਗੇ। ਜਿਵੇਂ ਤੁਹਾਨੂੰ ਪਤਾ ਹੀ ਹੈ ਪੰਜਾਬੀ ਵਿੱਚ NCERT ਦੀਆਂ ਕਿਤਾਬਾਂ ਨਹੀਂ ਆਉਂਦੀਆਂ, ਤਾਂ ਅਸੀਂ ਇੱਥੇ ਸਾਰੀ ਦੀ ਸਾਰੀ ਜਿੰਨੀ ਵੀ ਇੰਪੋਰਟੈਂਟ ਡਿਟੇਲ ਆ ਅਸੀਂ ਸਾਰੀ ਦੀ ਸਾਰੀ ਕਲਾਸਾਂ ਵਿੱਚ ਕਵਰ ਕਰਾਂਗੇ ਤਾਂ ਕਿ ਤੁਹਾਡੀ ਚੰਗੀ ਨੀਂਹ ਬਣ ਜੇ, ਜਿਹਦੇ ਉੱਤੇ ਤੁਸੀਂ ਅੱਗੇ ਹੋਰ ਜਦੋਂ ਆਪਾਂ ਕਿਤਾਬਾਂ ਪੜ੍ਹਾਂਗੇ ਜਾਂ ਹੋਰ ਅੱਗੇ ਨੋਟਸ ਪੜ੍ਹਾਂਗੇ ਉਹ ਚੰਗੀ ਤਰ੍ਹਾਂ ਤੁਸੀਂ ਪੜ੍ਹ ਪਾਓ। ਠੀਕ ਹੈ, ਜੇ ਤੁਸੀਂ ਵੈਬਸਾਈਟ ਤੇ ਜਾ ਕੇ ਰਜਿਸਟਰ ਕਰੋਗੇ, ਉਹ ਹੈਗਾ ਤੁਹਾਡਾ www.kpsinstitute.com, ਇੱਥੇ ਜਾ ਕੇ ਤੁਸੀਂ ਫ੍ਰੀ ਪ੍ਰੈਪਰੇਸ਼ਨ ਤੇ ਜਾਓ, ਫ੍ਰੀ ਪ੍ਰੈਪਰੇਸ਼ਨ ਤੇ ਜਾ ਕੇ ਰਜਿਸਟਰ ਕਰੋ। ਫ੍ਰੀ ਪ੍ਰੈਪਰੇਸ਼ਨ ਤੇ ਰਜਿਸਟਰ ਕਰਕੇ ਤੁਹਾਡਾ ID ਪਾਸਵਰਡ ਤੁਹਾਡੇ WhatsApp ਤੇ ਆ ਜਾਊਗਾ। ਟੌਪ ਤੇ ਸੱਜੇ ਪਾਸੇ ਲੌਗਇਨ ਦਾ ਆਪਸ਼ਨ ਹੈ, ਉੱਥੇ ਲੌਗਇਨ ਕਰੋਗੇ ਤੁਹਾਨੂੰ ਇਹ ਸਾਰੇ ਫ੍ਰੀ ਲੈਕਚਰ ਵੀ ਮਿਲ ਜਾਣਗੇ। ਤੇ ਜਿਵੇਂ ਤੁਸੀਂ ਇੱਥੋਂ ਦੇਖੋਗੇ ਕਿ 11 ਦਿਨ ਦੇ ਅੰਦਰ ਅੰਦਰ ਤੁਹਾਡੀ ਪੋਲਿਟੀ ਤੇ ਜੀਓਗ੍ਰਾਫੀ ਦੀ NCERT ਖਤਮ ਹੈ। ਇਸ ਤੋਂ ਬਾਅਦ ਜਿਹੜਾ 12ਵਾਂ ਦਿਨ ਹੈ, ਇਸ ਦਿਨ 100 ਕੁਐਸਚਨ ਦਾ ਤੁਹਾਡਾ MCQ ਦਾ ਟੈਸਟ ਹੋਣ ਵਾਲਾ ਹੈ। ਇਹ ਟੈਸਟ ਪੋਰਟਲ ਤੇ ਹੀ ਹੋਊਗਾ, ਯਾਨੀ ਕਿ ਆਪਣੀ ਵੈਬਸਾਈਟ ਤੇ ਹੀ ਹੋਊਗਾ। ਉੱਥੇ ਪ੍ਰੀਲਿਮਸ ਦਾ ਜਦੋਂ ਤੁਸੀਂ ਲੌਗਇਨ ਕਰੋਗੇ ਉੱਥੇ ਪ੍ਰੀਲਿਮਸ ਟੈਸਟ ਸੀਰੀਜ਼ ਕਰਕੇ ਲਿਖਿਆ ਹੋਇਆ, ਪੰਜਾਬੀ ਵਿੱਚ ਹੀ ਇਹ ਟੈਸਟ ਹੋਣਗੇ। ਆਨਸਰ ਕੀ ਵੀ ਪੰਜਾਬੀ ਵਿੱਚ ਹੀ ਆਊਗੀ, ਕਿਹੜਾ ਜਵਾਬ ਸਹੀ ਹੈ ਗਲਤ ਉਹਦੀ ਆਪਾਂ ਇੱਕ ਵੀਡੀਓ ਡਿਸਕਸ਼ਨ ਵੀ ਕਰਾਂਗੇ। ਇਹ ਸਾਰੀ ਦੀ ਸਾਰੀ ਜਿਹੜੀ ਵੀਡੀਓ ਹੈ, ਠੀਕ ਹੈ, ਇਹ ਸਭ ਕੁਝ ਵੈਬਸਾਈਟ ਤੇ ਮਿਲੂਗਾ। ਤਾਂ ਅਟੈਂਪਟ ਕਰੋ, ਦੇਖੋ ਕਿ ਕਿੱਦਾਂ ਦੀ ਤੁਹਾਡੀ ਪਰਫਾਰਮੈਂਸ ਰਹਿੰਦੀ ਹੈ ਇਹਦੇ ਨਾਲ, ਤੇ ਹਜੇ ਤੱਕ ਤੁਸੀਂ ਕਿੰਨਾ ਸਿੱਖਿਆ ਤੇ ਕਿੰਨਾ ਹੋਰ ਸਿੱਖ ਸਕਦੇ ਹੋ, ਕਿੱਥੇ ਕਿੱਥੇ ਗਲਤੀਆਂ ਰਹਿ ਗਈਆਂ ਉਹ ਨਾਲ ਦੀ ਨਾਲ। ਇਹ ਸਾਰੇ ਦੇ ਸਾਰੇ ਪ੍ਰੀਲਿਮਸ ਦੇ ਲੈਵਲ ਦੇ ਹੀ ਟੈਸਟ ਹੋਣਗੇ। ਇਸੇ ਲਈ ਇਸ ਤਰੀਕੇ ਨਾਲ ਬਣਾਇਆ ਗਿਆ ਪੂਰਾ ਪ੍ਰੋਗਰਾਮ ਇੱਕ ਕ੍ਰਾਂਤੀ ਹੈ, ਜਿੱਥੇ ਆਪਾਂ ਕੋਈ ਵੀ ਆਪਾਂ ਨੂੰ ਕੋਚਿੰਗ ਜੁਆਇਨ ਕਰਨ ਦੀ ਲੋੜ ਨਾ ਪਵੇ, ਆਪਾਂ ਫ੍ਰੀ ਆਫ ਕਾਸਟ ਇਦਾਂ ਦੀ ਤਿਆਰੀ ਕਰ ਜੀ ਕਿ ਸਭ ਕੁਝ ਹੀ ਆਪਣਾ ਇੱਥੇ ਕਵਰ ਹੋ ਜਾਏ। ਇਸ ਤਰੀਕੇ ਨਾਲ ਆਪਣੀ ਸਾਰੀ ਦੀ ਸਾਰੀ ਚੀਜ਼। ਹੁਣ ਇਦੋਂ ਅੱਗੇ ਡੇ 13 ਤੋਂ ਲੈ ਕੇ ਡੇ 27 ਤੱਕ, ਇਸ ਤੋਂ ਬਾਅਦ ਆਪਾਂ ਹਿਸਟਰੀ ਤੇ ਇਕੋਨਮੀ ਦੀ NCERT ਕਰਾਂਗੇ। ਉਸ ਤੋਂ ਬਾਅਦ ਉਹਦਾ 100 ਕੁਐਸਚਨ ਦਾ MCQ ਦਾ ਆਪਣਾ ਟੈਸਟ ਹੈ। ਫਿਰ ਤੋਂ ਆਪਣੀ ਕਨਸੈਪਟ ਦੀ ਕਲਾਸ ਆ ਕਿ ਆਪਾਂ ਕਰੰਟ ਅਫੇਅਰ ਕਿੱਦਾਂ ਪੜ੍ਹਨੇ ਆ ਤੇ ਉਹਨਾਂ ਨੂੰ ਕਿੱਦਾਂ ਇਸਤੇਮਾਲ ਕਰਨਾ ਹੈ ਪ੍ਰੀਲਿਮਸ ਤੇ ਮੇਨਸ ਦੇ ਐਗਜ਼ਾਮ ਵਿੱਚ, ਕਿਉਂਕਿ ਇਹਨਾਂ ਦੀ ਬਹੁਤ ਵੱਡੀ ਵੇਟੇਜ ਰਹਿੰਦੀ ਹੈ
ਤੁਹਾਡੇ ਦੋਨੋਂ ਐਗਜ਼ਾਮ ਵਿੱਚ। ਤਾਂ ਕਾਫੀ ਜ਼ਿਆਦਾ ਕਰੰਟ ਅਫੇਅਰ ਪੁੱਛੇ ਜਾਂਦੇ ਤੇ ਕਿੱਦਾਂ, ਜਿਵੇਂ ਮੇਨਸ ਵਿੱਚ ਤਾਂ ਤੁਹਾਨੂੰ ਇਸਤੇਮਾਲ ਕਰਨੇ ਪੈਣੇ ਤਾਂ ਕਿੱਦਾਂ ਕਰਨੇ ਆ, ਕਿੱਦਾਂ ਯਾਦ ਰੱਖਣੇ ਆ, ਉਹ ਆਪਾਂ ਹਰ ਚੀਜ਼ ਬਾਰੇ ਇਸ ਲੈਕਚਰ ਵਿੱਚ ਗੱਲ ਕਰਾਂਗੇ। ਉਸ ਤੋਂ ਬਾਅਦ ਆਪਾਂ ਆਪਣਾ ਪੋਲਿਟੀ ਦਾ ਸਬਜੈਕਟ ਸ਼ੁਰੂ ਕਰਾਂਗੇ, ਰਾਜਨੀਤੀ ਦਾ ਸਬਜੈਕਟ ਸ਼ੁਰੂ ਕਰਾਂਗੇ। ਇਹਦਾ ਕੱਲਾ ਟੌਪਿਕ ਇੱਥੇ ਬ੍ਰੇਕਡਾਊਨ ਕਰਕੇ ਲਿਖਿਆ ਹੋਇਆ ਹੈ, ਠੀਕ ਹੈ। ਹਰ ਕੁਝ ਟੌਪਿਕ ਬਾਅਦ ਤੁਹਾਡੇ ਫਿਰ ਤੋਂ ਪ੍ਰੀਲਿਮਸ ਦੇ ਵੀ ਟੈਸਟ ਹੈ, ਤੇ ਜਦੋਂ ਆਪਾਂ ਮੇਨ ਕਿਤਾਬਾਂ ਸ਼ੁਰੂ ਕਰਾਂਗੇ ਆਪਾਂ ਉਦੋਂ ਮੇਨਸ ਦਾ ਵੀ ਨਾਲ ਹੀ ਪੜ੍ਹਨਾ ਸ਼ੁਰੂ ਕਰਾਂਗੇ। ਥੋੜੀ ਕਿਤਾਬਾਂ ਦੇ ਅੰਦਰ ਮੇਨਸ ਦੇ ਪੁਆਇੰਟ ਕਈ ਵਾਰੀ ਨਹੀਂ ਹੁੰਦੇ, ਠੀਕ ਹੈ, ਕਿ ਕਿੱਦਾਂ ਦੇ ਕੁਐਸਚਨ ਪੁੱਛੇ ਜਾਂਦੇ, ਕੀ ਉਹਦਾ ਆਨਸਰ ਹੋਊਗਾ, ਠੀਕ ਹੈ, ਕਿੱਦਾਂ ਪੁਆਇੰਟ ਬਣਾਉਣੇ ਆ, ਇੰਟਰੋਡਕਸ਼ਨ ਕਨਕਲੂਜਨ ਕਿੱਦਾਂ ਬਣਾਉਣੀ ਹੈ, ਇਹ ਸਭ ਕੁਝ ਥੋੜੀ ਕਿਤਾਬਾਂ ਵਿੱਚ ਨਹੀਂ ਦਿੱਤਾ ਹੋਇਆ। ਤਾਂ ਇੱਥੇ ਅਸੀਂ ਤੁਹਾਨੂੰ ਕਲਾਸਾਂ ਦੇ ਅੰਦਰ ਹੀ ਇਹ ਸਭ ਕੁਝ ਦੱਸਾਂਗੇ ਕਿੱਦਾਂ ਤੁਸੀਂ ਕੀ ਕਰ ਸਕਦੇ ਹੋ। ਤਾਂ ਇੰਡੀਅਨ ਪੋਲਿਟੀ ਸਬਜੈਕਟ, ਉਹਦਾ MCQ ਦਾ ਟੈਸਟ ਇੰਨੇ ਜਿੰਨੇ ਆਹ ਉੱਤੇ ਟੌਪਿਕ ਮੈਂਸ਼ਨਡ ਹੈ ਇਹ ਸਾਰਿਆਂ ਦਾ। ਉਦੋਂ ਬਾਅਦ ਤੁਹਾਡਾ ਮੇਨਸ ਦਾ ਵੀ 20 ਕੁਐਸਚਨ ਦਾ ਟੈਸਟ ਇਹਦੇ ਅੰਦਰ ਹੀ ਇਨਕਲੂਡਡ ਹੈ। ਹਰ ਟੈਸਟ ਸਭ ਕੁਝ ਟੈਸਟ ਆਪਣੇ ਆਪ ਫ੍ਰੀ ਆਫ ਕਾਸਟ ਹੈ। ਤੁਸੀਂ ਵੈਬਸਾਈਟ ਤੇ ਜਾਓਗੇ, ਮੇਨਸ ਦਾ ਟੈਸਟ ਉੱਥੇ ਟੈਸਟ, ਉਹਦੀ ਜਿਵੇਂ ਆਨਸਰ ਸ਼ੀਟ ਹੈ, ਆਨਸਰ ਹਿੰਟ ਹੈ, ਉਹ ਸਭ ਕੁਝ ਉੱਥੇ ਫ੍ਰੀ ਆਫ ਕਾਸਟ ਪਿਆ ਹੋਇਆ ਹੈ, ਉਹ ਤੁਸੀਂ ਟੈਸਟ ਆਰਾਮ ਨਾਲ ਦੇ ਪਾਓਗੇ, ਠੀਕ ਹੈ। ਦੂਜੇ ਪਾਸੇ ਇੰਡੀਅਨ ਸੁਸਾਇਟੀ ਆਪਾਂ ਬਾਕੀ ਨਾਲ ਇੱਕ ਹੋਰ ਸਬਜੈਕਟ ਵੀ ਚਲਾਈ ਰੱਖਾਂਗੇ, ਕਿਉਂਕਿ ਆਪਣੀ ਰਾਜਨੀਤੀ ਨੂੰ ਟਾਈਮ ਲੱਗਣਾ, ਤਾਂ ਆਪਾਂ ਨਾਲ ਸਮਾਜ ਬਾਰੇ ਵੀ ਪੜ੍ਹ ਜਾਈਏ। ਸਮਾਜ ਤੋਂ ਬਾਅਦ ਅੰਤਰਰਾਸ਼ਟਰੀ ਰਿਸ਼ਤਿਆਂ ਬਾਰੇ ਵੀ ਆਪਾਂ ਪੜਾਂਗੇ। ਵਿੱਚ ਆਪਣੇ ਆਹ ਦੇਖੋ ਜਿਹੜਾ ਹਰਾ ਰੰਗ ਹੈ ਇਹ ਪ੍ਰੀਲਿਮਸ ਦੇ ਟੈਸਟ ਹੈ, ਤੇ ਜਿਹੜਾ ਨੀਲਾ ਰੰਗ ਹੈ ਇਹ ਸਾਰੇ ਮੇਨਸ ਦੇ ਟੈਸਟ ਹੈ। ਤਾਂ ਲਗਾਤਾਰ ਆ ਦੇਖੋ ਥੋੜੀ ਰਾਜਨੀਤੀ ਕਿੰਨੇ ਛੋਟੇ ਟੌਪਿਕਸ ਵਿੱਚ ਵੰਡੀ ਪਈ ਹੈ, ਤੇ ਇਸੇ ਤਰੀਕੇ ਨਾਲ ਇਹ ਸਾਰੀ ਦੀ ਸਾਰੀ ਚੀਜ਼ ਇੱਥੇ ਕਵਰ ਹੋ ਰਹੀ ਹੈ, ਠੀਕ ਹੈ। ਇਸ ਤੋਂ ਬਾਅਦ ਅੰਤਰਰਾਸ਼ਟਰੀ ਸੰਬੰਧ ਤੋਂ ਬਾਅਦ ਆਪਣੀ ਰੱਖਿਆ ਦੇ ਜਿੰਨੇ ਮਸਲੇ ਆਪਣੇ ਦੇਸ਼ ਦੇ, ਉਹਦੇ ਬਾਰੇ ਆਪਾਂ ਗੱਲ ਕਰਕੇ ਜਦੋਂ 90 ਦਿਨ ਹੋ ਜਾਣਗੇ, ਆਪਣਾ ਇੱਕ ਪੋਲਿਟੀ ਜਿਹੜਾ ਵੱਡਾ ਸਬਜੈਕਟ ਉਹ ਵੀ ਖਤਮ ਹੋ ਚੁੱਕਿਆ ਹੋਊਗਾ, ਰਾਜਨੀਤੀ, ਤੇ ਦੂਜੇ ਪਾਸੇ ਜਿਹੜੇ ਛੋਟੇ ਸਬਜੈਕਟ ਹੈ 3 ਪੂਰੇ ਹੋ ਚੁੱਕੇ ਹੋਣਗੇ। ਯਾਨੀ ਕਿ ਆਪਾਂ ਪਹਿਲਾਂ 90 ਦਿਨ 'ਚ 4 ਸਬਜੈਕਟ ਕਰ ਚੁੱਕੇ ਹਾਂ, ਪਲੱਸ ਆਪਾਂ ਸਾਰੀ NCERTੀਆਂ ਕਰ ਚੁੱਕੇ ਹਾਂ, ਤਾਂ ਇਹ ਆਪਣਾ ਸਾਰਾ ਦਾ ਸਾਰਾ ਪੂਰਾ ਹੋਊਗਾ। ਇਸ ਤੋਂ ਬਾਅਦ ਫਿਰ ਆਹੀ ਟੌਪਿਕ ਜਿਹੜੇ ਉੱਤੇ ਸੀਗੇ ਇਹਨਾਂ ਦਾ ਆਪਣਾ ਖੁਦ ਦਾ ਟੈਸਟ, ਫਿਰ ਅੱਗੇ ਇਤਿਹਾਸ ਸ਼ੁਰੂ ਹੋ ਜਾਊਗਾ, ਪੁਰਾਣਿਕ ਤੋਂ ਲੈ ਕੇ ਫਿਰ ਆਪਾਂ ਮਿਡੀਵਲ ਨਾਲ ਆਪਣਾ ਆਰਟ ਐਂਡ ਕਲਚਰ, ਜਿੰਨੇ ਵੀ ਆਪਣੀਆਂ ਬਿਲਡਿੰਗ ਆ, ਕਿਹੜਾ ਪੱਥਰ ਇਸਤੇਮਾਲ ਹੋਇਆ, ਕਿੰਨੇ ਡਾਂਸ ਫਾਰਮ ਆ ਆਪਣੇ ਇੰਡੀਆ 'ਚ, ਇਹ ਆਪਾਂ ਸਾਰੀਆਂ ਚੀਜ਼ਾਂ ਆਪਾਂ ਇੱਥੇ ਦੇਖਾਂਗੇ, ਠੀਕ ਹੈ। ਇਹ ਸਾਰਾ ਦਾ ਸਾਰਾ ਫਿਰ ਇੱਥੇ ਹੀ ਅੱਗੇ ਆਪਣੇ ਵਾਤਾਵਰਣ ਦਾ ਸਾਰਾ ਹਰ ਚੀਜ਼, ਸਾਰੇ ਸਬਜੈਕਟ ਇੱਥੇ ਪੂਰੀ ਡਿਟੇਲ ਨਾਲ ਕਵਰ ਕੀਤੇ ਗਏ ਆ। ਇਹਦਾ ਇਸ ਪੂਰੇ ਸ਼ਡਿਊਲ ਦਾ ਲਾਸਟ ਵਿੱਚ ਜਾਂਦੇ ਜਿਵੇਂ ਆਪਾਂ ਐਟਲਸ ਤੱਕ ਕਵਰ ਕਰਾਂਗੇ, ਆਖਰੀ ਦਿਨ ਸਿਰਫ ਐਟਲਸ ਪੜਾਂਗੇ, ਕਿਉਂਕਿ ਥੋੜੀ ਐਟਲਸ ਵਿੱਚ ਜਿੰਨੇ ਵੀ ਆਪਣੇ ਨਕਸ਼ੇ ਆ ਇਹਨਾਂ ਵਿੱਚੋਂ ਬਹੁਤ ਸਾਰੇ ਸਵਾਲ ਆਉਂਦੇ ਸਾਰੇ ਸਿਵਲ ਸਰਵਿਸਿਜ਼ ਦੇ ਪੇਪਰਾਂ ਵਿੱਚ, ਤਾਂ ਆਪਾਂ ਨੂੰ ਇਹ ਨਕਸ਼ਿਆਂ ਦਾ ਬਹੁਤ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ। ਇਹ ਵੀ ਤੁਹਾਨੂੰ ਅਸੀਂ ਕਲਾਸ ਵਿੱਚ ਹੀ ਕਵਰ ਕਰਾਵਾਂਗੇ, ਇਹ ਪਰ ਆਖਰੀ ਵਿੱਚ ਜਾਂਦੇ ਕਵਰ ਕਰਾਵਾਂਗੇ, ਠੀਕ ਹੈ। ਤੇ ਇਹ ਜਿੰਨਾ ਵੀ ਤੁਹਾਡਾ ਸਾਰਾ ਦਾ ਸਾਰਾ ਪ੍ਰੋਗਰਾਮ ਹੈ, ਇਹਦਾ ਜਿਹੜਾ ਸ਼ਡਿਊਲ ਹੈ ਮੈਂ ਥੱਲੇ, ਜੇ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਮੈਂ ਥੱਲੇ ਡਿਸਕ੍ਰਿਪਸ਼ਨ ਵਿੱਚ ਵੀ ਇਹਦਾ ਲਿੰਕ ਪਾ ਦਿੰਦਾ। ਜੇ ਤੁਸੀਂ ਵੈਬਸਾਈਟ ਤੇ ਦੇਖ ਰਹੇ ਹੋ ਤਾਂ ਤੁਸੀਂ ਫ੍ਰੀ ਪ੍ਰੈਪਰੇਸ਼ਨ ਜਿੱਥੇ ਤੁਸੀਂ ਓਰੀਜਨਲ ਰਜਿਸਟਰ ਕੀਤਾ ਸੀ ਉੱਥੇ ਇਹਦਾ ਸ਼ਡਿਊਲ ਪਿਆ ਹੋਇਆ, ਠੀਕ ਹੈ। ਤਾਂ ਉੱਥੋਂ ਜਾ ਕੇ ਤੁਸੀਂ ਇਹ ਸ਼ਡਿਊਲ ਲੈ ਸਕਦੇ ਹੋ। ਹੁਣ ਇਹ ਸਾਡਾ ਸਾਰਾ ਪ੍ਰੋਗਰਾਮ ਇਹ ਹੈ ਕਿ ਅਸੀਂ ਫਰਵਰੀ ਤੱਕ ਤੁਹਾਡਾ ਸਾਰਾ ਦਾ ਸਾਰਾ ਸਿਲੇਬਸ ਖਤਮ ਕਰ ਦਾਂਗੇ। ਫਰਵਰੀ ਤੋਂ ਬਾਅਦ ਆਪਾਂ ਪ੍ਰੀਲਿਮਸ ਵੱਲ ਫੋਕਸ ਕਰਾਂਗੇ। ਪ੍ਰੀਲਿਮਸ ਰੋਜ਼ ਟੈਸਟ ਹੋਣਗੇ, ਫਿਰ ਤੁਹਾਡੇ ਪ੍ਰੀਲਿਮਸ ਦੇ ਸਾਰੇ ਸਬਜੈਕਟਸ ਦੀ ਰਿਵੀਜ਼ਨ ਕਰਾਂਗੇ, ਕਰੰਟ ਅਫੇਅਰ ਵੀ ਸਾਰੇ ਦੇ ਸਾਰੇ ਪੜਾਂਗੇ, ਹਰ ਚੀਜ਼ ਉਸ ਪਰਫੈਕਸ਼ਨ ਤੇ ਆਪਾਂ ਉਹ ਫਿਰ ਲੈ ਕੇ ਜਾਵਾਂਗੇ ਪ੍ਰੀਲਿਮਸ ਲਈ, ਫਿਰ ਆਪਾਂ ਮੇਨਸ ਦੀ ਵੀ ਦਹੀਂ ਤਿਆਰੀ ਕਰਾਂਗੇ, ਠੀਕ ਹੈ। ਹੁਣ ਆਖਰੀ ਵਿੱਚ ਇਹ ਤੁਹਾਨੂੰ ਸਾਰਿਆਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ, ਇਹ ਇੱਥੇ ਤਈ ਆਣਾ ਸੀ, ਸੌਰੀ, ਹਾਂ, ਇਹ ਸਾਡਾ 1 ਸਾਲ ਦਾ ਸ਼ਡਿਊਲ ਹੈ। ਦੇਖੋ ਜਦੋਂ ਲਗਾਤਾਰ ਸਟਾਫ ਕੰਮ ਕਰ ਰਿਹਾ ਤਾਂ ਥਕਾਵਟ ਸਟਾਫ ਨੂੰ ਜ਼ਿਆਦਾ ਨਾ ਹੋ ਜਾਏ, ਤਾਂ ਅਸੀਂ ਵਿੱਚ ਜੋ ਕਈ ਸਰਕਾਰੀ ਛੁੱਟੀਆਂ ਵੀ ਹੈ, ਕਈ ਹੋਰ ਛੁੱਟੀਆਂ ਵੀ ਅਸੀਂ ਵੈਸੇ ਦਿੱਤੀਆਂ ਹੋਈਆਂ, ਇਹਨਾਂ ਨੂੰ ਮਿਲਾ ਕੇ ਹੀ ਤੁਹਾਡਾ ਫਰਵਰੀ ਤੱਕ 217 ਦਿਨਾਂ ਦੇ ਅੰਦਰ, ਫਰਵਰੀ ਦੇ ਅੰਦਰ ਤੁਹਾਡਾ ਸਿਲੇਬਸ ਪੂਰਾ ਹੋ ਜਾਊਗਾ। ਤੇ ਜਿਹੜਾ ਪੂਰਾ ਤੋਂ ਪੂਰਾ ਸ਼ਡਿਊਲ ਹੈ ਉਹਦੇ ਅੰਦਰ ਤੁਸੀਂ ਲਗਾਤਾਰ ਦੇਖ ਸਕਦੇ ਹੋ, ਜਿਵੇਂ ਅਸੀਂ ਆਪਣਾ ਫ੍ਰੀ ਕੋਰਸ 15 ਅਗਸਤ ਨੂੰ ਸ਼ੁਰੂ ਕੀਤਾ ਸੀ, ਇਸ ਤੋਂ ਬਾਅਦ 18, 19, 20, 21 ਆਹ ਸਾਰੇ ਤੁਹਾਡੇ ਸਟਾਫ ਨੂੰ ਇੱਕ ਲੰਬੀ ਛੁੱਟੀ ਦਿੱਤੀ ਹੋਈ ਹੈ। ਤਾਂ ਜੇ ਤੁਸੀਂ ਇਹੀ ਦਿਨਾਂ ਵਿੱਚ ਵੀਡੀਓਜ਼ ਦੇਖ ਰਹੇ ਹੋ ਤਾਂ ਤੁਹਾਨੂੰ ਪਤਾ ਹੋਊਗਾ ਵੀਡੀਓਜ਼ ਨਹੀਂ ਆ ਰਹੀਆਂ, ਉਹ ਇਸ ਲਈ ਕਿਉਂਕਿ ਸਟਾਫ ਛੁੱਟੀਆਂ ਤੇ ਹੈ। ਅੱਗੇ ਜਾ ਕੇ 31 ਨੂੰ ਵੀ ਇਦਾਂ ਹੀ ਛੁੱਟੀ ਪਊਗੀ, ਫਿਰ 8, ਫਿਰ 16, 17 ਸਾਰੇ ਸੰਡੇ ਵੀ ਆਫ ਹੈ, ਠੀਕ ਹੈ। ਜੇ ਜਿਵੇਂ ਤੁਸੀਂ ਵੀ ਕਿਸੇ ਕੰਮ ਨਾਲ ਜਾਣਾ, ਦੇਖੋ ਅਕਤੂਬਰ ਦੇ ਸਟਾਰਟਿੰਗ ਵਿੱਚ 1 ਤੋਂ ਲੈ ਕੇ 5 ਤੱਕ ਲਗਾਤਾਰ ਛੁੱਟੀਆਂ, ਇਹ ਸਾਰੀਆਂ ਅਸੀਂ ਇਸ ਅਕਾਊਂਟ ਨਾਲ ਕਰਕੇ ਹੀ ਕਹਿ ਰਹੇ ਹਾਂ ਕਿ ਫਰਵਰੀ ਦੇ ਐਂਡ ਤੱਕ ਤੁਹਾਡਾ ਸਾਰਾ ਸਿਲੇਬਸ ਖਤਮ ਹੋ ਜਾਊਗਾ,
ठीक है। कई ऐसे विच भी जे सानू सिलेबस थोड़ा डिले ਹੁੰਦਾ ਹੋਇਆ ਲੱਗਿਆ ਅਸੀਂ ਛੁੱਟੀਆਂ ਘੱਟ ਵੀ ਕਰ ਦਾਂਗੇ, ਉਹਦੇ ਬਾਰੇ ਵੀ ਅਸੀਂ ਇਨਫੋਰਮੇਸ਼ਨ ਦਵਾਂਗੇ ਕਿ ਆ ਛੁੱਟੀ ਹਟਾ ਦਿੱਤੀ ਗਈ ਹੈ, ਵੀਡੀਓ ਅਪਲੋਡ ਕਰ ਦਿੱਤੀ ਗਈ ਹੈ। ਤੇ ਪਰ ਤੁਸੀਂ ਇਹ ਸਾਰਾ ਆਪਣਾ ਖੁਦ ਦਾ ਵੀ ਸ਼ਡਿਊਲ ਇਸੇ ਅਕੋਰਡਿੰਗ ਬਣਾ ਸਕਦੇ ਹੋ ਕਿ ਇਦਾਂ ਇਦਾਂ ਵੀਡੀਓਜ਼ ਆਣੀਆਂ, ਇਦਾਂ ਇਦਾਂ ਨਹੀਂ ਆਣੀਆਂ। ਤੁਸੀਂ ਕਿਸੇ ਕੰਮ ਜਾਣਾ ਹੈ, ਕੁਝ ਵੀ ਕਰਨਾ ਹੈ, ਤੁਸੀਂ ਇਸ ਅਕੋਰਡਿੰਗ ਪਲਾਨ ਕਰ ਸਕਦੇ ਹੋ। ਇਹ ਸਾਰੀ ਸਰਕਾਰੀ ਛੁੱਟੀਆਂ, ਦੀਵਾਲੀ, ਦੁਸ਼ਹਿਰਾ, ਹਰ ਚੀਜ਼ ਨੂੰ ਧਿਆਨ ਰੱਖਦੇ ਹੋਏ ਇਹਨੂੰ ਬਣਾਇਆ ਗਿਆ। ਤੇ ਸਟਾਫ ਵੀ ਨਾ ਥੱਕੇ ਸਭ ਕੁਝ ਕਰਦੇ ਹੋਏ, ਕਿਉਂਕਿ ਟੈਸਟ ਵੀ ਉਹਨਾਂ ਨੇ ਬਣਾਉਣੇ ਆ, ਠੀਕ ਹੈ, ਤੇ ਅਪਲੋਡਿੰਗ ਵੀ ਕਰਨੀ ਹੈ, ਹੋਰ ਵੀ ਚੀਜ਼ਾਂ, ਮਟੀਰੀਅਲ ਵੀ ਨਾਲ ਤਿਆਰ ਕਰ ਰਹੇ ਆ। ਇਸ ਕਾਰਨ ਵਿੱਚ ਉਹਨਾਂ ਨੂੰ ਛੁੱਟੀਆਂ ਦੇਣੀਆਂ ਜ਼ਰੂਰੀ ਹੁੰਦੀ ਹੈ ਤਾਂ ਕਿ ਉਹ ਵੀ ਹਮੇਸ਼ਾ ਫਰੈਸ਼ ਰਹਿਣ, ਹਮੇਸ਼ਾ ਕੰਮ ਕਰਨ ਨੂੰ ਉਤਸ਼ਾਹ ਭਰਿਆ ਰਹੇ ਉਹਨਾਂ 'ਚ। ਇਸੇ ਲਈ ਇਹ ਸਾਰਾ ਸ਼ਡਿਊਲ ਇੱਦਾਂ ਬਣਾਇਆ ਗਿਆ। ਤੇ ਇਸੇ ਨਾਲ ਤੁਹਾਨੂੰ ਅਸੀਂ ਅਗਲੇ ਲੈਕਚਰਸ ਵਿੱਚ ਮਿਲਾਂਗੇ ਤੇ ਤੁਹਾਨੂੰ ਕੋਈ ਤਿਆਰੀ ਹੋਰ ਕਿਤੇ ਫਿਕਰ ਕਰਨ ਦੀ ਲੋੜ ਨਹੀਂ, ਸਾਰੀ ਤਿਆਰੀ ਇੱਥੇ ਹੀ ਤੁਹਾਡੀ ਹੋਊਗੀ। ਧੰਨਵਾਦ, ਮਿਲਦੇ ਹਾਂ ਤੁਹਾਨੂੰ ਅਗਲੇ ਲੈਕਚਰ 'ਚ।